दोस्तों पंजाबी ट्रिब्यून के रोजाना प्रोग्राम वेले की गल विच तुहाडा स्वागत है। मैं आतिश गुप्ता तुहाडे सामने हाजिर हाँ ते अज असीं गल करांगे दिल्ली यूनीवर्सिटी के सिलेबस विचों महाश्वेता दी रचनावां नूं हटाना अते दिल्ली चोणां बारे। साडे नाल इस बारे गलबात करने विशेष तौर पर हाजिर ने साडे सीनियर पत्रकार श्री दविंदरपाल जी। दविंदर जी तुहाडा बहुत स्वागत है जी। दविंदर जी, दिल्ली यूनीवर्सिटी की अकादमिक कौंसल ने उत्थे दे जिहड़े BA ऑनर्स ते इंग्लिश के सबजैक्ट के सिलेबस च फेर बदल करदे आ महाश्वेता ने होर कई कवियां दी जिहड़ी रचनावां नूं फेर बदल कर दिता, हटा दिता गया। ਅਸੀਂ जानना चाहांगे कि ਜਿਹੜਾ ਅਕਾਦਮਿਕ ਕੌਂਸਲ ਨੇ फैसला लिता है फेर बदल किया गया, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੇ ਕੀ ਸਮਝਦੇ ਹੋ ਕਿ ਇਹਦੇ ਪਿੱਛੇ ਕੀ ਕਾਰਨ ਨੇ? देखो साडा समाज है जिहड़ा खास करके भारतीय समाज है सदियां तो बहुत सारिया गंभीर चुनौतियों का सामना करता आ रहा है, जिहदे विच जातिवाद दीआं चुनौतियां, उच्ची जाति के लोग, नीवी जाति के लोग, समाजिक भेदभाव, वितकरा जिहड़ा गरीब ते अमीर का पाड़ा वो जिउंदा ते होया, औरत प्रति खास करके साडे समाज का नज़रिया जी औरत प्रति जिस तरह का व्यवहार जिहड़ा है वो एक खास तबके दे विच कीता जांदा है वो साडे सामने नज़र जी। समय समय साडे मुल्क दे विच बहुत सारिया लहरां चलियां, खास करके जे असीं देखीए तां वो ज़्यादातर जिहड़ियां लहरां ने वो धार्मिक गुरुआं ने चलाईआं जी। जे असीं पंजाब की गल करिए तां सिख गुरुआं ने ਉਹਦੇ ਵਿੱਚ बहुत बड़ा रोल प्ले किया, भूमिका निभाई, चाहे वो औरतां ਦੇ ਉਥਾਨ ਦੀ ਗੱਲ ਸੀ, ਚਾਹੇ ਸਮਾਜਿਕ ਬਰਾਬਰੀ ਲਿਆਉਣ ਵਾਲੀ ਸੀ ਗੱਲ ਸੀ, ਚਾਹੇ ਉਹ ਸੰਗਤ ਪੰਗਤ ਦੀ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਵੰਡੀਆਂ ਨੂੰ ਖਤਮ ਕਰਨ ਵਾਲੀ ਤੇ ਜਾਤੀ ਪਾਤ ਦੀ ਜਿਹੜੀ ਬਲਗਣਾ ਨੂੰ ਤੋੜਨ ਦੀ ਗੱਲ ਸੀ ਜੀ। ਇਸੇ ਤਰ੍ਹਾਂ ਜਿਹੜਾ ਸਾਹਿਤ ਹੁੰਦਾ ਹੈ ਉਹ ਸਮਾਜਿਕ ਘਟਨਾਵਾਂ ਦੇ ਆਧਾਰ ਤੇ ਸਮਾਜ ਦਾ ਜੋ ਉਸ ਵੇਲੇ ਦਾ ਮੂੰਹ ਮੱਥਾ ਹੁੰਦਾ ਹੈ ਉਸੇ ਨੂੰ ਦੇਖ ਕੇ ਜਿਹੜਾ ਹੈ ਉਹ ਚੰਗੇ ਲੇਖਕ ਨੇ ਉਹਨੂੰ ਸਾਹਿਤ ਦੀ ਸਿਰਜਣਾ ਕਰਦੇ ਨੇ, ਸਾਹਿਤ ਰਚਿਆ ਜਾਂਦਾ ਜੀ। ਉਹ ਸਾਹਿਤ ਫਿਰ ਸਾਡੇ ਸਿਲੇਬਸ ਦਾ ਹਿੱਸਾ ਬਣਦਾ ਹੈ ਤਾਂ ਜੋ ਸਾਡੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸਾਡੇ ਪਿਛੋਕੜ ਬਾਰੇ ਪਤਾ ਲੱਗੇ ਜਾ ਸਕੇ ਤੇ ਹੁਣ ਬਾਰੇ ਵੀ ਜੀ। ਪਰ ਸਾਡੇ ਮੁਲਕ ਦੀ ਤਰਾਸਦੀ ਇਹ ਹੈ ਵੀ ਉਹ ਹੀ ਚੁਣੌਤੀਆਂ ਦਾ ਸਾਹਮਣਾ ਅਸੀਂ ਅੱਜ ਵੀ ਕਰ ਰਹੇ ਹਾਂ। ਨਾ ਤਾਂ ਸਾਡੇ ਜਾਤੀਵਾਦ ਦਾ ਜਿਹੜਾ ਹੈ ਉਹ ਪਾੜਾ ਖਤਮ ਹੋਇਆ, ਨਾ ਸਮਾਜਿਕ ਨਾ ਬਰਾਬਰੀ ਖਤਮ ਹੋਈ ਹੈ ਗਰੀਬ ਅਮੀਰ ਦੀ, ਨਾ ਹੀ ਔਰਤ ਨੂੰ ਉਹ ਦਰਜਾ ਮਿਲਿਆ ਜੋ ਅਸੀਂ ਹੋਰਨਾਂ ਮੁਲਕਾਂ ਦੇ ਵਿੱਚ, ਦੱਖਣੀ ਮੁਲਕਾਂ ਦੇ ਵਿੱਚ, ਅਸੀਂ ਪੱਛਮੀ ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਜੀ। ਹੁਣ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਜਦੋਂ ਤੁਸੀਂ ਕਿਹਾ ਵੀ ਮਹਾਸ਼ਵੇਤਾ ਦੇਵੀ ਦੀ ਜਿਹੜੀ ਰਚਨਾ ਦ੍ਰੋਪਦੀ ਜੀ ਜਿਹੜੀ ਦਿੱਲੀ ਯੂਨੀਵਰਸਿਟੀ ਦੇ BA ਆਨਰਸ ਦੇ ਸਿਲੇਬਸ ਵਿੱਚੋਂ ਹਟਾਈ ਗਈ ਹੈ, ਉਹ ਇੱਕ ਕਬਾਇਲੀ ਔਰਤ ਦੀ ਯਥਾਰਥ ਤੇ ਇੱਕ ਕਹਾਣੀ ਸੀ। ਉਹ ਵੀ ਕਿਵੇਂ ਉਹ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੁੰਦੀ ਹੈ ਇੱਕ ਔਰਤ, ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਲੰਘਦੀ ਹੈ ਤੇ ਉਹ ਇੱਕ ਸ਼ੀਸ਼ਾ ਜਿਹੜਾ ਹੈ ਉਹ ਦਿਖਾਉਂਦੀ ਹੈ ਜੀ। ਜਦੋਂ ਅਸੀਂ ਇਹੋ ਜਿਹੀਆਂ ਰਚਨਾਵਾਂ ਨੂੰ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਮਾਜਿਕ ਉਤਰਾਅ ਚੜ੍ਹਾਅ ਆਉਂਦੇ ਨੇ, ਸਮਾਜਿਕ ਵਿਤਕਰੇ ਦੀਆਂ ਹੋਣ, ਉਹਨੂੰ ਅਸੀਂ ਮੂੰਹ ਮੋੜਦੇ ਹਾਂ ਜਾਂ ਉਹਨੂੰ ਸਿਲੇਬਸ ਚੋਂ ਪਾਸੇ ਕਰਦੇ ਹਾਂ, ਲੋਕਾਂ ਨੂੰ ਨਹੀਂ ਪੜ੍ਹਾਉਣਾ ਚਾਹੁੰਦੇ ਅਸੀਂ ਕਹੀਏ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਤਾਂ ਇਹਦਾ ਮਤਲਬ ਇਹ ਹੈ ਵੀ ਅਸੀਂ ਜੋ ਸਾਡੇ ਆਸੇ ਪਾਸੇ ਜੋ ਸਾਡੇ ਸਮਾਜ 'ਚ ਘਟਨਾਵਾਂ ਵਾਪਰ ਰਹੀਆਂ ਅਸੀਂ ਉਹ ਤੋਂ ਮੂੰਹ ਮੋੜਨਾ ਚਾਹੁੰਦੇ ਹਾਂ। ਲੋੜ ਇਸ ਦੀ ਹੈ ਵੀ ਜੋ ਘਟਨਾਵਾਂ ਵਾਪਰ ਰਹੀਆਂ ਨੇ, ਜੋ ਤਬਦੀਲੀਆਂ ਦੀ ਲੋੜ ਹੈ, ਉਹ ਤਬਦੀਲੀਆਂ ਲਈ ਅੱਗੇ ਆਉਣ ਦੀ ਲੋੜ ਹੈ। ਸਮਾਜ ਨੂੰ ਸੁਧਾਰਨ ਲਈ ਉਹ ਜੀ ਚੰਗੀ ਲਹਿਰ ਜਿਹੀ ਜੀ ਸਾਡੇ ਗੁਰੂਆਂ ਨੇ, ਸਾਡੇ ਧਾਰਮਿਕ ਆਗੂਆਂ ਨੇ ਪਹਿਲਾਂ ਚਲਾਈਆਂ ਸੀ, ਉਹ ਜੀ ਇੱਕ ਲਹਿਰ ਹੁਣ ਦੁਬਾਰਾ ਚਲਾਉਣ ਦੀ ਲੋੜ ਹੈ। ਨਾ ਕਿ ਜੇ ਕੋਈ ਪਿਛੋਕੜ ਤੇ ਸਾਡੇ ਪਿੱਛੇ ਅਸੀਂ ਕਹਿ ਦਈਏ ਵੀ ਸਾਡੇ ਅਤੀਤ ਤੇ ਜੀ ਕੋਈ ਸਾਡੇ ਮੂਹਰੇ ਰੱਖਦਾ ਹੈ ਤਾਂ ਇਹ ਅਸੀਂ ਉਹ ਤੋਂ ਅੱਖਾਂ ਨਹੀਂ ਬੰਦ ਕਰ ਸਕਦੇ। ਬਿਲਕੁਲ ਇਸੇ ਤਰ੍ਹਾਂ ਮਤਲਬ ਅਸੀਂ ਦੇਖਦੇ ਹਾਂ ਜਿਹੜੀਆਂ ਦੂਸਰੀਆਂ ਦੋ ਲੇਖਕਾਂ ਵੀ ਨੇ, ਦਲਿਤ ਲੇਖਕਾਂ ਤਾਮਿਲਨਾਡੂ ਨਾਲ ਸੰਬੰਧਿਤ ਉਹ ਲੇਖਕਾਂ ਸੀਗੀਆਂ, ਉਹਨਾਂ ਦੀਆਂ ਰਚਨਾਵਾਂ ਵੀ ਜਿਹੜੀਆਂ ਨੇ ਉਹ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿੱਚੋਂ ਹਟਾਈਆਂ ਗਈਆਂ ਨੇ ਤੇ ਕਾਫੀ ਕਿੰਤੂ ਪ੍ਰੰਤੂ ਹੋਏਗਾ। ਜੇ ਅਸੀਂ ਮਹਾਸ਼ਵੇਤਾ ਦੇਵੀ ਦੀ ਗੱਲ ਜਦੋਂ ਕਰਦੇ ਹਾਂ, ਉਹਨਾਂ ਨੂੰ ਮੈਗਸੈਸੇ ਅਵਾਰਡ ਮਿਲਿਆ ਹੈ। ਹਿੰਦੁਸਤਾਨ ਦੇ ਦੋ ਸਭ ਤੋਂ ਵੱਡੇ ਜਿਹੜੇ ਸਨਮਾਨ ਨੇ ਪਦਮ ਸ਼੍ਰੀ ਤੇ ਪਦਮ ਵਿਭੂਸ਼ਣ ਸਨਮਾਨ ਜਿਹੜੇ ਆ ਉਹ ਦਿੱਤੇ ਗਏ ਨੇ ਉਸ ਮਹਾਨ ਲੇਖਕਾਂ ਨੂੰ। ਇਸ ਲਈ ਇਸ ਫੈਸਲੇ ਤੇ ਕਿੰਤੂ ਪ੍ਰੰਤੂ ਹੋਣਾ ਜਾਇਜ਼ ਹੈ ਤੇ ਜ਼ਰੂਰੀ ਵੀ ਹੈ। ਫਿਰ ਅਸੀਂ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਪਿਛਲੇ ਸਮੇਂ ਦੇ ਵਿੱਚੋਂ ਅਸੀਂ ਕਹਿ ਲਈਏ 5-7 ਸਾਲ ਤੋਂ ਦੇਖਦੇ ਆ ਰਹੇ ਹਾਂ ਜੀ, ਉਹ ਹੈ ਵੀ ਇਤਿਹਾਸ ਨਾਲ ਛੇੜਛਾੜ ਜਿਹੜੀ ਸਭ ਤੋਂ ਵੱਡਾ ਮੁੱਦਾ ਹੈ। ਵੀ ਅਸੀਂ ਆਪਦੇ ਇਤਿਹਾਸ ਪ੍ਰਤੀ
ਜਿਹੜਾ ਕਿ ਅਸੀਂ ਗੌਰਵਮਈ ਇਤਿਹਾਸ ਕਹਿੰਦੇ ਹਾਂ, ਚਾਹੇ ਉਹ ਸਾਡੇ ਆਜ਼ਾਦੀ ਦਾ ਇਤਿਹਾਸ ਹੋਵੇ, ਚਾਹੇ ਹੋਰ ਤਰ੍ਹਾਂ ਦਾ ਇਤਿਹਾਸ ਹੋਵੇ, ਜੀ ਉਹ ਗੌਰਵਮਈ ਇਤਿਹਾਸ ਹੈ ਸਾਡਾ। ਤਾਂ ਉਹ ਤੋਂ ਵੀ ਅਸੀਂ ਮੂੰਹ ਮੋੜਨਾ ਚਾਹੁੰਦੇ ਹਾਂ। ਇਤਿਹਾਸ ਦੇ ਵਿੱਚ ਹਰ ਤਰ੍ਹਾਂ ਦੀਆਂ ਘਟਨਾ ਹੁੰਦੀਆਂ ਨੇ। ਜ਼ਾਲਮ ਨੇ ਜੇ ਜ਼ੁਲਮ ਕੀਤਾ ਹੈ ਤਾਂ ਉਹਦੇ ਬਾਰੇ ਵੀ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ, ਚਾਹੇ ਉਹ ਮੁਗਲਾਂ ਨੇ ਕੀਤਾ, ਚਾਹੇ ਬ੍ਰਿਟਿਸ਼ਰ ਜੀ ਨੇ ਕੀਤਾ ਹੈ ਜੀ ਉਹਦੇ ਬਾਰੇ ਵੀ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਕਿਹੋ ਜਿਹੇ ਜਿਹੜੇ ਹੁਕਮਰਾਨ ਇੱਥੇ ਰਹੇ ਨੇ, ਜੀ ਤਾਂ ਜੋ ਅਸੀਂ ਮੁੜ ਉਹੋ ਜਿਹੀ ਗੁਲਾਮੀ ਦੇ ਚੱਕਰ ਵਿੱਚ ਨਾ ਫਸ ਜਾਈਏ। ਉਹੋ ਜਿਹੀ ਕੋਈ ਈਸਟ ਇੰਡੀਆ ਕੰਪਨੀ ਆ ਕੇ ਮੁੜ ਕੇ ਸਾਡੇ ਸਾਰੇ ਕਾਸੇ ਤੇ ਕਾਬਜ਼ ਹੋ ਕੇ ਸਾਨੂੰ ਫਿਰ ਦੁਬਾਰਾ ਜਿਹੜੀ ਆ ਉਹ ਗੁਲਾਮ ਇਸ ਮੁਲਕ ਨੂੰ ਬਣਾ ਲੇ, ਜਿਹੋ ਜਿਹੀ ਪ੍ਰਵਿਰਤੀ ਅੱਜ ਕੱਲ੍ਹ ਚੱਲ ਰਹੀ ਹੈ ਜੀ। ਇਸ ਲਈ ਹੁਣ ਜਿਵੇਂ ਅਸੀਂ ਇਹਦੇ ਲਈ ਉਹ ਐਗਜ਼ਾਮਪਲ ਲੈ ਲਈਏ, ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਬਿਲਕੁਲ ਹਿੰਦੁਸਤਾਨ ਚੋਂ ਟੁੱਟ ਕੇ ਬਣਿਆ। ਇਸ ਲਈ ਜਿਹੜਾ ਇਤਿਹਾਸ ਹੈ ਉਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਇੱਕ ਹੈ। ਜੀ ਜੇ ਆਜ਼ਾਦੀ ਦੀ ਲੜਾਈ ਲੜੀ ਗਈ ਤੇ ਭਾਰਤ ਤੇ ਪਾਕਿਸਤਾਨ ਦੀ ਸਾਂਝੀ ਲੜਾਈ ਲੜੀ ਗਈ। ਜੀ ਜੇ ਗੁਪਤ ਮੌਰਿਆ ਦਾ ਰਾਜ ਇੱਥੇ ਸੀ ਤਾਂ ਉੱਥੇ ਵੀ ਸੀ, ਜੀ ਜੇ ਬੁੱਧ ਧਰਮ ਦਾ ਪ੍ਰਭਾਵ ਇੱਥੇ ਸੀ ਤਾਂ ਉੱਥੇ ਵੀ ਸੀ। ਜੀ ਪਾਕਿਸਤਾਨ ਦੇ ਜਿਹੜਾ ਸਿਲੇਬਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਤਿਹਾਸ ਨਹੀਂ ਪੜਾਇਆ ਜਾਂਦਾ। ਨਾ ਹੀ ਉੱਥੇ ਆਜ਼ਾਦੀ ਦੀ ਲੜਾਈ ਬਾਰੇ ਦੱਸਿਆ ਜਾਂਦਾ ਬੱਚਿਆਂ ਨੂੰ, ਨਾ ਹੀ ਉੱਥੇ ਬੁੱਧ ਧਰਮ ਬਾਰੇ ਦੱਸਿਆ ਜਾਂਦਾ, ਨਾ ਹੀ ਚੰਦਰਗੁਪਤ ਮੌਰਿਆ ਦੇ ਰਾਜ ਬਾਰੇ ਦੱਸਿਆ ਜਾਂਦਾ, ਨਾ ਹੀ ਕਿਸੇ ਤਰ੍ਹਾਂ ਦੇ ਹੋਰ। ਇਹਦਾ ਮਤਲਬ ਅਸੀਂ ਕਿਹੋ ਜਿਹਾ ਸਮਾਜ ਸਿਰਜਣ ਜਾ ਰਹੇ ਹਾਂ, ਅਸੀਂ ਕਿਹੋ ਜਿਹਾ ਅੱਗੇ ਜਿਹੜਾ ਹੈ ਨਵਾਂ ਵਰਗ ਜਿਹੜਾ ਸਮਾਜ ਦਾ ਉਹ ਅੱਗੇ ਆਊਗਾ। ਸਾਡਾ ਬਿਲਕੁਲ ਸਮਾਜ ਇਤਿਹਾਸ ਦੇ ਉਹਨਾਂ ਸੁਨਹਿਰੀ ਪੰਨਿਆਂ ਤੋਂ ਕੋਰਾ ਜਿਹੜਾ ਸਮਾਜ ਸਿਰਜ ਕੇ ਅਸੀਂ ਕਿੱਧਰ ਨੂੰ ਲਿਜਾਵਾਂਗੇ ਇਸ ਮੁਲਕ ਨੂੰ। ਇਸ ਲਈ ਇਹ ਜ਼ਰੂਰੀ ਹੈ ਵੀ ਕਿਸੇ ਵੀ ਤਰ੍ਹਾਂ ਦਾ ਜਦੋਂ ਉਸਾਰੂ ਸਾਹਿਤ ਜਿਹੜਾ ਹੈਗਾ, ਜੀ ਜਿਹੜਾ ਸਾਡੇ ਸਮਾਜ ਦਾ ਅਸਲ ਸ਼ੀਸ਼ਾ ਲੋਕਾਂ ਦੇ ਮੂਹਰੇ ਰੱਖਦਾ ਹੈ, ਅਸਲੀਅਤ ਦਿਖਾਉਂਦਾ ਹੈ, ਉਹਦੀ ਪੂਰੀ ਪੁਣਛਾਣ ਹੋਣੀ ਚਾਹੀਦੀ ਹੈ। ਹਾਂ, ਇੱਕ ਇਹ ਵੀ ਹੁੰਦਾ ਵੀ ਲੇਖਕ ਬਦਲੇ ਜਾ ਸਕਦੇ ਨੇ, ਰਚਨਾਵਾਂ ਬਦਲੀਆਂ ਜਾ ਸਕਦੀਆਂ, ਪਰ ਯਥਾਰਥ ਤੋਂ ਤੇ ਜੋ ਘਟਨਾਵਾਂ ਨੇ, ਜੋ ਵਾਪਰ ਰਿਹਾ ਹੈ, ਉਹ ਤੋਂ ਮੂੰਹ ਮੋੜਨਾ ਚਿੰਤਾਜਨਕ ਹੈ ਤੇ ਨਿੰਦਣਯੋਗ ਹੈ। ਜੀ ਦਵਿੰਦਰ ਜੀ, ਇਹ ਤਾਂ ਸੀ ਕਿਵੇਂ ਵੀ ਤਾਂ ਸਰਕਾਰਾਂ ਕਹਿ ਲਈਏ, ਅਕਾਦਮਿਕ ਕੌਂਸਲ ਕਹਿ ਲਈਏ, ਵੀ ਤਾਂ ਸਿਲੇਬਸ ਦੇ ਵਿੱਚ ਫੇਰਬਦਲ ਕਰਕੇ ਵਿਦਿਆਰਥੀਆਂ ਨੂੰ ਆਪਣੇ ਪਿਛੋਕੜ ਤੋਂ ਦੂਰ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ। ਇਸ ਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ, ਦਿੱਲੀ ਗੁਰਦੁਆਰਾ ਪ੍ਰਬੰਧਕ ਚੋਣ ਕਮੇਟੀ ਦੀਆਂ ਚੋਣਾਂ ਹੋਈਆਂ ਨੇ, ਉਹਨਾਂ ਦੇ ਨਤੀਜੇ ਸਭ ਦੇ ਸਾਹਮਣੇ ਆ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਜਿਹੜਾ ਲਗਾਤਾਰ ਤੀਜੀ ਵਾਰ ਉੱਥੇ ਕਾਬਜ਼ ਹੋ ਚੁੱਕਿਆ ਤੇ ਸਿਰਸਾ ਜਿਹੜੇ ਨੇ ਇਸ ਵਾਰ ਹਾਰ ਗਏ ਨੇ। ਅਸੀਂ ਜਾਣਨਾ ਚਾਹਾਂਗੇ ਕਿ ਇਸ ਵਾਰ ਜਿਵੇਂ ਚੋਣਾਂ ਦੇ ਵਿੱਚ VOTING ਬਹੁਤ ਘੱਟ ਹੋਈ ਹੈ, ਪਹਿਲਾਂ ਦੇ ਮੁਕਾਬਲੇ ਜਿਹੜੀ ਹੈਗੀ ਹੈ, ਇਸ ਵਾਰ ਸਿਰਫ 37% ਜਿਹੜੀ VOTING ਹੋਈ ਹੈ। ਇੱਕ ਤਾਂ ਸਾਨੂੰ ਚੋਣਾਂ ਦੇ ਨਤੀਜੇ ਕਿਸ ਤਰ੍ਹਾਂ ਦੇ ਰਹੇ ਨੇ ਤੇ VOTING ਘਟਣ ਦੇ ਪਿੱਛੇ ਕੀ ਕਾਰਨ ਨੇ, ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ। ਦੇਖੋ, ਜਿਹੜੀ ਅਸੀਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ, ਚਾਹੇ ਦਿੱਲੀ ਦੀਆਂ ਹੋਣ ਚਾਹੇ ਸ਼੍ਰੋਮਣੀ ਕਮੇਟੀ ਦੀਆਂ ਹੋਣ, ਉਹਨੂੰ ਅਸੀਂ ਸਰਸਰੀ ਨਹੀਂ ਲੈ ਸਕਦੇ, ਕਿਉਂਕਿ ਹਿੰਦੁਸਤਾਨ ਦੇ ਵਿੱਚ ਗੁਰਦੁਆਰਾ ਦਾ ਪ੍ਰਬੰਧਨ ਜਿਹੜਾ ਅਸੀਂ ਕਹਿ ਲਈਏ, ਉਹ ਇੱਕ ਅਜਿਹੀ ਸੰਸਥਾ ਹੈ ਜਿਹੜੀ ਇੱਕ ਮੂਵਮੈਂਟ ਚੋਂ ਨਿਕਲੀ ਹੋਈ ਹੈ, ਇੱਕ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੀ ਹੋਈ ਹੈ, ਜਿਹਦੇ ਲਈ ਹਜ਼ਾਰਾਂ ਹੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ। ਚਾਹੇ ਉਹ ਨਨਕਾਣਾ ਸਾਹਿਬ ਦੀ ਸ਼ਹੀਦੀ ਹੋਵੇ, ਚਾਹੇ ਪੰਜਾ ਸਾਹਿਬ ਦੀ ਸ਼ਹੀਦੀ ਹੋਵੇ, ਚਾਹੇ ਜੈਤੋ ਦਾ ਮੋਰਚਾ ਹੋਵੇ, ਕੁੰਜੀਆਂ ਦਾ ਮੋਰਚਾ ਹੋਵੇ, ਗੁਰੂ ਕੇ ਬਾਗ ਦਾ ਮੋਰਚਾ ਹੋਵੇ। ਇਹ ਸਾਰੇ ਮੋਰਚੇ ਜਦੋਂ ਲੱਗੇ, ਉਸ ਤੋਂ ਬਾਅਦ 1925 ਦੇ ਵਿੱਚ ਗੁਰਦੁਆਰਾ ਐਕਟ ਬਣਿਆ। ਗੁਰਦੁਆਰਾ ਐਕਟ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੋਂਦ ਚ ਪਈ। ਉਸ ਤੋਂ ਬਾਅਦ ਜਿਹੜੀ ਉਹ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ। ਜੀ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ, ਵਾਕਿਆ ਹੀ 37% ਵੋਟ ਪਰਸੈਂਟੇਜ ਜਿਹੜੀ ਹੈ ਪੋਲ ਹੋਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜਿਹੜੇ ਪ੍ਰਬੰਧਕ ਨੇ, ਜਿਹੜੇ ਚੁਣ ਕੇ ਆਏ ਨੇ, ਉਹਨਾਂ ਨੂੰ ਆਪਣੇ ਗਰੇਵਾਨ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਵੀ ਕੀ ਲੋਕਾਂ ਦੇ ਵਿੱਚ ਜਿਹੜੀ ਹੈ ਉਦਾਸੀਨਤਾ ਇੰਨੀ ਕਿਉਂ ਹੈ ਸੰਸਥਾਵਾਂ ਪ੍ਰਤੀ। ਜੀ ਕੀ ਲੋਕ ਸੰਸਥਾਵਾਂ ਤੋਂ ਮੂੰਹ ਮੋੜ ਰਹੇ ਨੇ, ਜਾਂ ਪ੍ਰਬੰਧਕਾਂ ਦੇ ਪ੍ਰਬੰਧ ਤੇ ਉਹਨਾਂ ਨੂੰ ਯਕੀਨ ਨਹੀਂ ਰਿਹਾ? ਕੀ ਕਾਰਨ ਹੈ ਲੋਕ ਸੰਸਥਾਵਾਂ, ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਇੱਕ ਵੱਡੀ ਮੂਵਮੈਂਟ ਚਲਾ ਕੇ ਇੱਕ ਹੋਂਦ ਚ ਆਈਆਂ ਹੋਣ, ਜਿਨ੍ਹਾਂ ਦਾ ਪ੍ਰਬੰਧ ਸਾਫ਼ ਸੁਥਰੇ ਨਾਲ ਤਰੀਕੇ ਨਾਲ ਚਲਾਉਣ ਲਈ ਇੱਕ ਲੰਬੀ ਲੜਾਈ ਲੜੀ ਗਈ ਹੋਵੇ, ਮਹੰਤਾਂ ਦੇ ਕਬਜ਼ੇ ਚੋਂ ਗੁਰਦੁਆਰੇ ਹਾਸਲ ਕਰਨ ਲਈ ਕੁਰਬਾਨੀਆਂ ਦਿੱਤੀਆਂ ਹੋਣ, ਉਹਨਾਂ ਸੰਸਥਾਵਾਂ ਦੇ ਪ੍ਰਬੰਧ ਲਈ ਜਦੋਂ ਵੋਟਾਂ ਪੈਂਦੀਆਂ ਸਿਰਫ 100 ਚੋਂ 37 ਬੰਦੇ ਹੀ ਵੋਟ ਪਾਉਣ ਘਰੋਂ ਨਿਕਲਣ। ਉਹ ਵੀ ਇੱਕ ਸਭ ਤੋਂ ਮਹੱਤਵਪੂਰਨ ਗੱਲ ਆਤਿਸ਼ ਇਹ ਹੈ, ਆਮ ਤੌਰ ਤੇ ਜਿੰਨੀਆਂ ਵਿਧਾਨ ਸਭਾ ਦੀਆਂ ਹੋਣ, ਪਾਰਲੀਮੈਂਟ ਦੀਆਂ ਹੋਣ ਜਾਂ ਹੋਰ ਚੋਣਾਂ ਹੋਣ, ਉਹਨਾਂ ਦੇ ਵਿੱਚ ਔਰਤਾਂ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਮਤਲਬ ਇਹ ਹੈ ਵੀ ਔਰਤਾਂ ਜਿਹੜੀਆਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਵੋਟ ਪਾਉਂਦੀਆਂ। ਜੀ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਔਰਤਾਂ ਦੀ ਜਿਹੜੀ ਵੋਟ ਫੀਸਦੀ ਹੈ ਪੋਲਿੰਗ, ਉਹ ਬਹੁਤ ਘੱਟ ਰਹੀ। ਇਹ ਉਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਜੀ
ਇਹਦਾ ਕਾਰਨ ਇਹ ਵੀ ਮੰਨਿਆ ਸੀ, ਚਾਹੇ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਇਹਨਾਂ ਦੇ ਜੀ ਪ੍ਰਬੰਧਕਾਂ ਤੇ ਅਕਸਰ ਸਵਾਲ ਉੱਠਦੇ ਰਹੇ ਨੇ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪਿਛਲੇ 5-7 ਸਾਲ ਦੇ 2 ਪ੍ਰਧਾਨ ਸੀ, ਦੋਨਾਂ ਦੇ ਅਦਾਲਤ ਦੇ ਵਿੱਚ ਮੁਕੱਦਮੇ ਦਰਜ ਹੋਏ ਜੀ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਬਹੁਤ ਤਰ੍ਹਾਂ ਦੇ ਸਵਾਲ ਉੱਠਦੇ ਨੇ ਵੀ ਪ੍ਰਧਾਨ ਲਿਫਾਫਿਆਂ ਚੋਂ ਨਿਕਲਦੇ ਨੇ ਜਾਂ ਉੱਥੇ ਮਨਮਰਜ਼ੀ ਦੇ ਆਪਦੇ ਪਸੰਦ ਦੇ ਮੁਲਾਜ਼ਮ ਜਿਹੜੇ ਆ ਅਫਸਰ ਚੰਗੀਆਂ ਪੋਸਟਾਂ ਤੇ ਭਰਤੀ ਕੀਤੇ ਜਾਂਦੇ ਨੇ। ਗੁਰੂ ਕੀ ਗੋਲਕ ਦਾ ਪੈਸਾ ਜਿਹੜਾ ਲੋਕਾਂ ਦੇ ਦਸਵੰਧ ਚੋਂ ਕੱਢਿਆ ਗਿਆ ਹੁੰਦਾ, ਲੋਕ ਸ਼ਰਧਾ ਨਾਲ ਲੋਕ ਆਪਣੀ ਆਸਥਾ ਲੈ ਕੇ ਉੱਥੇ ਅਰਦਾਸ ਕਰਾਉਂਦੇ ਨੇ, ਚੜਾਵਾ ਚਾੜਦੇ ਨੇ, ਉਹਨੂੰ ਨਿੱਜੀ ਹਿੱਤਾਂ ਲਈ ਜਾਂ ਸਿਆਸੀ ਹਿੱਤਾਂ ਲਈ ਵਰਤਿਆ ਜਾਂਦਾ ਹੈ ਜੀ। ਇਸ ਲਈ ਜਿਹੜੀਆਂ ਅਜਿਹੀਆਂ ਸੰਸਥਾਵਾਂ ਨੇ, ਚਾਹੇ ਉਹ ਸਿੱਖਾਂ ਦੀਆਂ, ਚਾਹੇ ਇਸ ਮੁਸਲਮਾਨਾਂ ਦੀਆਂ, ਚਾਹੇ ਹਿੰਦੂਆਂ ਦੀਆਂ, ਜੀ। ਇੱਕ ਤਾਂ ਉਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹੋਣੀ ਚਾਹੀਦੀਆਂ, ਰਾਜਨੀਤੀ ਤੋਂ ਪਰੇ ਹੋਣੀ ਚਾਹੀਦੀ ਜੀ। ਤਾਂ ਜੋ ਲੋਕਾਂ ਦੀ ਆਸਥਾ ਬਣੀ ਰਹੇ, ਲੋਕਾਂ ਦਾ ਇੱਕ ਵਿਸ਼ਵਾਸ ਜਿਹੜਾ ਹੈ ਇਹਨਾਂ ਸੰਸਥਾਵਾਂ ਦੇ ਵਿੱਚ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਇਹ ਪ੍ਰਬੰਧਕਾਂ ਲਈ ਬਹੁਤ ਵੱਡੀ ਚੁਣੌਤੀ ਹੈ, ਬਹੁਤ ਵੱਡਾ ਚੈਲੰਜ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਦੀ ਕਮੇਟੀ ਹੈ। ਇਹਨਾਂ ਨੂੰ ਰਾਜਨੀਤੀ ਤੋਂ ਪਾਸੇ ਰੱਖ ਕੇ ਲੋਕਾਂ ਦਾ ਵਿਸ਼ਵਾਸ ਕਿਵੇਂ ਬਹਾਲ ਰੱਖਣਾ ਹੈ, ਇਸ ਕਦਮ ਵੱਲ ਚੱਲਣਾ ਚਾਹੀਦਾ ਹੈ, ਨਾ ਕਿ ਕਬਜ਼ਾ ਕਰਨ ਦੀ ਪ੍ਰਵਿਰਤੀ ਨਾਲ। ਕਬਜ਼ੇ ਹੁੰਦੇ ਆਏ ਨੇ, ਕਬਜ਼ੇ ਟੁੱਟਦੇ ਆਏ ਨੇ, ਕਬਜ਼ੇ ਸਦਾ ਨਹੀਂ ਰਹਿੰਦੇ ਹੁੰਦੇ ਕਿਸੇ ਦੇ। ਜੀ। ਤੇ ਇਸ ਲਈ ਯਾਦ ਉਸੇ ਨੂੰ ਇਤਿਹਾਸ ਰੱਖਦਾ ਹੈ ਜਿਹੜਾ ਕੋਈ ਚੰਗਾ ਕੰਮ ਕਰਕੇ ਜਾਂਦਾ। ਜੀ। ਦਵਿੰਦਰ ਜੀ, ਹੁਣ ਵੱਡਾ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਵਿਧਾਨ ਸਭਾ ਦੀ ਚੋਣਾਂ ਨੂੰ ਬਹੁਤ ਥੋੜਾ ਸਮਾਂ ਰਹਿ ਗਿਆ, ਕਿ ਇਹ ਦਿੱਲੀ ਚੋਣ ਕਮੇਟੀ ਦੇ ਜਿਹੜੇ ਦਿੱਲੀ ਕਮੇਟੀ ਦੀ ਚੋਣਾਂ ਹੋਈਆਂ, ਇਹਦਾ ਕੋਈ ਅਸਰ ਪੰਜਾਬ ਦੀ ਸਿਆਸਤ ਤੇ ਵੀ ਦੇਖਣ ਨੂੰ ਮਿਲੇਗਾ? ਦੇਖੋ, ਪੰਜਾਬ ਦੇ ਵਿੱਚ ਜਿਹੜੀ ਮੇਨ ਅਕਾਲੀ ਧਿਰ ਸਰਗਰਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਜੀ। ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਕਮੇਟੀ ਦੇ ਚੋਣਾਂ ਤੇ ਜਿਹੜਾ ਹੈ ਕਬਜ਼ਾ ਹੋਇਆ ਹੈ। ਬਿਲਕੁਲ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਵੀ ਸਿੱਧਾ ਤਾਂ ਕੋਈ ਅਸਰ ਨਹੀਂ ਹੋਊਗਾ। ਇਹ ਤਾਂ ਹੈਗਾ ਵੀ ਦਿੱਲੀ ਦੇ ਜਿਹੜੇ ਵੋਟਰ ਨੇ ਉਹ ਪੰਜਾਬ 'ਚ ਵੀ ਵੋਟਰ ਨੇ, ਜੀ। ਕੋਈ ਐਸਾ। ਹਾਂ, ਇੰਨਾ ਜ਼ਰੂਰ ਹੁੰਦਾ ਹੈ ਜਿਹੜੀ ਪਾਰਟੀ ਦਿੱਲੀ 'ਚ ਜਿੱਤ ਗਈ ਉਹਨਾਂ ਦਾ ਜਿਹੜਾ ਵਰਕਰ ਨੇ ਹੀ ਵੋਟਰ ਜਿਹੜੇ ਉਹ ਘਰੋਂ ਕੱਢ ਕੇ ਵੋਟ ਪਵਾਉਣੀ ਹੁੰਦੀ ਜੀ। ਹੈ। ਉਹਨਾਂ ਦਾ ਮਨੋਬਲ ਜਿਹੜਾ ਉੱਚਾ ਹੋ ਜਾਂਦਾ। ਇਹ ਸਹੀ ਜਿਹੀ ਜੇ ਮੰਨ ਲਓ ਉੱਥੇ ਅਕਾਲੀ ਦਲ ਹਾਰ ਜਾਂਦਾ ਤਾਂ ਮਨੋਬਲ ਡਿੱਗ ਪੈਣਾ ਸੀ ਵੀ ਲੋਕਾਂ ਨੇ ਤਾਂ ਸਾਨੂੰ ਰਿਜੈਕਟ ਕਰਤਾ। ਬਿਲਕੁਲ। ਹੁਣ ਜਦੋਂ ਉੱਥੇ ਉਹ ਜਿੱਤ ਜਾਂਦੇ ਨੇ ਤਾਂ ਲੋਕਾਂ 'ਚ ਇੱਕੋ ਪ੍ਰਭਾਵ ਦੇਣ ਨੂੰ, ਗੱਲ ਕਰਨ ਜੋਗੇ ਰਹਿ ਗਏ, ਮੂੰਹ ਦਿਖਾਉਣ ਜੋਗੇ ਰਹਿ ਗਏ ਵੀ ਸਾਨੂੰ ਦਿੱਲੀ ਦੇ ਲੋਕਾਂ ਨੇ ਜੇ ਸਤਿਕਾਰ ਕਰ ਲਿਆ ਤਾਂ ਪੰਜਾਬ ਦੇ ਲੋਕ ਵੀ ਸਤਿਕਾਰ ਕਰ ਲੈਣਗੇ। ਵਰਕਰਾਂ ਦੇ ਵਿੱਚ ਇੱਕ ਜ਼ਰੂਰ ਜੋਸ਼ ਆਵੇ। ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।